असलामुअलैकुम। 4 स्टार सियासी डेरे दे खुश आमदीद। हजूर साडी दुआ है तुसी जिथे जिथे भी तशरीफ फरमाए गए हो अल्लाह पाक तुहानू सारिਆਂ ਨੂੰ सेहत तंदुरुस्ती अता फरमावे। लो जी बड़ियां 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 खबरां असी इकट्ठियां करने आ तुहाडे वास्ते ते गलबात हैगी कि तुहाडे अगे गुजारिश है कि तुसी चैनल ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਦੇ ਬਟਨ ਨੂੰ ਲਾਜ਼ਮਨ ਦਬਾ ਦੇਣਾ। ਬੜੀ ਇਸ ਟਾਈਮ ਮੁਲਕ ਦੇ ਵਿੱਚ ਹਲਚਲ ਮਚੀ ਹੋਈ ਹੈ। ਪੀਟੀਆਈ ਦਾ ਜਿਹੜਾ ਹੈਗਾ ਨਾ ਸੋਸ਼ਲ ਮੀਡੀਆ ਵਿੰਗ, ਚਾਹੇ ਉਹ YouTube ਦੇ ਹੈਗਾ, ਚਾਹੇ ਉਹ Facebook ਦੇ ਹੈਗਾ, ਚਾਹੇ ਟਵਿੱਟਰ ਦੇ ਹੈਗਾ, ਉਹ ਬਹੁਤ ਜ਼ਿਆਦਾ ਐਕਟਿਵ ਹੋਇਆ ਤੇ ਬਹੁਤ ਜ਼ਿਆਦਾ ਜਿਹੜੀ ਨਾ ਡਿਸ ਇਨਫੋਰਮੇਸ਼ਨ ਫੈਲਾਉਂਦਾ ਪਿਆ ਗਿਆ ਵੀ ਗਲਤ ਖਬਰਾਂ ਜਿਹੜੀਆਂ ਹੈਗੀਆਂ ਦੇ ਜੇ ਹੁਕੂਮਤ ਦੇ ਕਬਜ਼ਾ ਹੋ ਗਿਆ, ਇੱਥੋਂ ਜਿਹੜਾ ਹੈਗਾ ਨਾ ਪੀਰ ਨੇ ਟੇਕ ਓਵਰ ਕਰ ਲਿਆ, ਫੌਜ ਨੇ ਪਿੱਛੇ ਛੱਡ ਗਈ ਤੇ ਨਵਾਜ਼ ਸ਼ਰੀਫ ਦਾ ਜਿਹੜਾ ਜਹਾਜ਼ ਹੈਗਾ ਉਹ ਰਵਾਨਾ ਹੋ ਗਿਆ ਤੇ ਸ਼ਹਬਾਜ਼ ਸ਼ਰੀਫ ਸਾਹਿਬ ਵੀ ਜਿਹੜਾ ਹੈਗਾ ਨਾ ਹੈਲੀਕਾਪਟਰ ਤੇ ਬਹਿ ਗਏ ਹੈਗੇ ਨੇ। ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਪੀਟੀਆਈ ਦੇ ਜਾਂ ਸੋਸ਼ਲ ਮੀਡੀਆ ਜਿਹੜਾ ਵਿੰਗ ਹੈਗਾ ਨਾ ਇਹ ਫੈਲਾਉਂਦਾ ਪਿਆ ਗਿਆ। ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਕਿ ਤੁਸੀਂ ਕਿਸੇ ਬੰਦੇ ਨੇ ਕਿਸੇ ਖਬਰ ਦੇ ਇਤਬਾਰ ਨਹੀਂ ਕਰਨਾ। ਅਸੀਂ ਇਨਸ਼ਾਅੱਲਾ ਤੁਹਾਨੂੰ ਬੜੀਆਂ ਮੁਸਦਕਾ ਖਬਰ ਜਿਹੜੀ ਦਿਆਂਗੇ, ਤੁਹਾਨੂੰ ਬਿਲਕੁਲ ਪੱਕੀ ਠੱਕੀ ਖਬਰ ਦਿਆਂਗੇ। ਅੱਜ ਰਾਤ ਪੀਨੀ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਡੀ ਚੌਕ ਦੇ ਵਿੱਚੋਂ, ਇਹ ਤੁਹਾਨੂੰ ਅਸੀਂ ਖਬਰ ਦੇ ਦਿੱਤੀ ਹੈਗੀ ਹੈ। ਤੇ ਪੀਟੀਆਈ ਦਾ ਜਿਹੜਾ ਧਰਨਾ ਨਾ ਡੀ ਚੌਕ 'ਚ ਦਾਖਲ ਹੋ ਗਿਆ ਹੈ, ਹੁਕੂਮਤ ਘੇਰ ਘੂਰ ਦੇ ਇਹਨਾਂ ਨੂੰ ਡੀ ਚੌਕ 'ਚ ਲੈ ਆਈ ਹੈਗੀ ਹੈ ਤਾਂ ਕਿ ਜਿਹੜੇ 9 ਮਈ ਦੇ ਮੁਜਰਮ ਹੈਗੇ ਨੇ ਉਹਨਾਂ ਦੀ ਜੀਓ ਫਾਈਨੈਂਸਿੰਗ ਹੋ ਰਹੀ ਹੈ। ਇਹ ਜਿਹੜੇ ਅਦਾਰੇ ਹੈਗੇ ਨੇ ਕਾਫੀ ਜ਼ਿਆਦਾ ਬੰਦੇ ਹਰਕਤ 'ਚ ਆਏ ਹੋਏ ਨੇ। ਜਿਹੜੇ 9 ਮਈ ਦੇ ਮੁਜਰਮਾਨ ਹੈਗੇ ਸਨ ਇਹਨਾਂ ਦੇ ਹਵਾਲੇ ਦੇ ਨਾਲ ਵੀ ਜਿਹੜੇ ਹੁਕੂਮਤ ਇਹਨਾਂ ਨੂੰ ਘੇਰ ਕਰਦੇ ਲੈ ਆਈ ਹੈ। ਤੇ ਜਿਹੜੇ ਸ਼ਰਪਸੰਦ ਹੈਗੇ ਨੇ ਜਿਨ੍ਹਾਂ ਨੇ ਜੀਓ ਦਫ਼ਤਰ ਦੇ ਵੀ ਹਮਲਾ ਕੀਤਾ ਔਰ ਸਰਕਾਰੀ ਮਲਾਕ ਨੂੰ ਨੁਕਸਾਨ ਪਹੁੰਚਾਇਆ ਗਿਆ, ਉਹਨਾਂ ਨੂੰ ਦੇਖਦੇ ਹੋਏ ਨਾ ਗੋਲੀ ਮਾਰਨ ਦਾ ਹੁਕਮ 245 ਦੇ ਤਹਿਤ ਹੁਕੂਮਤ ਨੇ ਫੌਜ ਬੁਲਾ ਲਈ ਹੈ। ਉਹਦੇ ਤੇ ਜਿਹੜਾ ਹੈ ਨਾ ਗੱਲਬਾਤ ਕਰਾਂਗੇ। ਇਹਨਾਂ ਤਹਿਤ ਫੌਜ ਨੂੰ ਹੁਕਮ ਦਿੱਤਾ ਕਿ ਜਿਹੜੇ ਸ਼ਰਪਸੰਦ ਹੈਗੇ ਜਿਹੜੇ ਮੁਲਕੀ ਮਲਾਕ ਨੂੰ ਨੁਕਸਾਨ ਪਹੁੰਚਾਉਂਦੇ ਇਹਨਾਂ ਨੂੰ ਫੌਰਨ ਗੋਲੀ ਮਾਰ ਦਿੱਤੀ ਜਾਵੇ। ਆਖਰਕਾਰ ਜਿਹੜਾ ਪੀਟੀਆਈ ਦੇ ਕਾਰਕੁਨ ਹੈਗੇ ਸੀ ਨਾ ਪੀਰਨੀ ਦੀ ਕਿਆਦਤ ਦੇ ਵਿੱਚ ਡੀ ਚੌਕ ਪਹੁੰਚਣ 'ਚ ਕਾਮਯਾਬ ਹੋ ਗਏ। ਹੁਕੂਮਤ ਨੇ ਇਹਨਾਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ, ਬੜਾ ਸਮਝਾਇਆ, ਪਰ ਇਹ ਇਹਨਾਂ ਨੇ ਹੁਕੂਮਤ ਦੀ ਨਾ ਮੰਨੀ। ਹੁਕੂਮਤ ਨਾ ਕਾਮਯਾਬ ਹੋ ਸਕੇਗੀ। ਹੁਕੂਮਤ ਨੇ ਪਹਿਲੇ ਇਹਨਾਂ ਨੂੰ ਬੜਾ ਰੋਕਿਆ, ਅਟਕ ਪੁਲ ਦੇ ਰੋਕਿਆ, ਪਰ ਅਟਕ ਪੁਲ ਦੇ ਵੀ ਇਹ ਨਾ ਰੁਕੇ, ਲੇਕਿਨ ਹੁਕੂਮਤ ਉੱਥੇ ਵੀ ਨਾਕਾਮ ਹੋ ਗਈ। ਫਿਰ ਇਹ ਜਿਹੜੇ ਹੈਗੇ ਨੇ ਨਾ ਸੰਗਿਆਨੀ ਬਾਈਪਾਸ ਦੇ ਉੱਤੇ ਗੌਰਮੈਂਟ ਨੇ ਕਾਫੀ ਇਹਨਾਂ ਨੂੰ ਮਸਰੂਫ ਰੱਖਿਆ। ਉਹਦੇ ਬਾਅਦ ਮਜ਼ਾਕਰਾਤ ਵੀ ਇਮਰਾਨ ਖਾਨ ਸਾਹਿਬ ਨਾਲ ਚੱਲਦੇ ਰਹੇ, ਲੇਕਿਨ ਜਿਹੜਾ ਹੈਗਾ ਸੀ ਇਹਨਾਂ ਦੀ ਕੋਸ਼ਿਸ਼ ਆਖਰ ਉਹ ਵੀ ਕੋਸ਼ਿਸ਼ ਨਾਕਾਮ ਹੋ ਗਈ। ਫਿਰ ਇਹ ਜਿਹੜਾ ਨਾ ਜੱਥਾ ਲਿਆ ਦੇ ਨਾ 26 ਨੰਬਰ ਚੁੰਗੀ ਦੇ ਆ ਗਏ। 26 ਨੰਬਰ ਸਟਾਪ ਜਿਹੜਾ ਹੈਗਾ ਨਾ ਇਹ ਮੋਟਰਵੇਜ ਉਤਰੀ ਹੈ ਨਾ ਦਾ ਥੋੜਾ ਅੱਗੇ ਆਉਣ ਦੇ ਜਿੱਥੇ ਮੈਟਰੋ ਸਟਾਪ ਸ਼ੁਰੂ ਹੁੰਦਾ ਹੈ ਨਾ ਥੱਲੇ ਪੁੱਲ ਜਾਂਦਾ ਉੱਤੇ 26 ਨੰਬਰ ਸਟਾਪ ਹੈਗਾ, ਪਰਲੀ ਸਾਈਡ ਦੇ ਮੋਟਰਵੇਜ ਚੌਕ ਹੈਗਾ, ਉੱਥੇ ਜਿਹੜਾ ਹੈਗਾ ਨਾ ਇਹ ਰਵਾਨਾ ਹੋ ਗਏ। ਉੱਥੇ ਬੜੀ ਠੀਕ ਠਾਕ ਕਿਸਮ ਦਾ ਆਂਸੂ ਗੈਸ ਚੱਲੀ, ਉੱਥੇ ਕਾਫੀ ਜ਼ਿਆਦਾ ਬੰਦੇ ਜ਼ਖਮੀ ਵੀ ਹੋਏ। 100 ਨਾਲ ਜ਼ਿਆਦਾ ਜਿਹੜਾ ਪੁਲਿਸ ਵਾਲਾ ਜ਼ਖਮੀ ਹੋ ਚੁੱਕਿਆ ਗਿਆ ਹੈ। ਉਹਦੇ 'ਚ ਜਿਹੜਾ ਹੈਗਾ ਨਾ 20-30 ਬੰਦਿਆਂ ਦੀ ਹਾਲਤ ਕਾਫੀ ਸੀਰੀਅਸ ਹੈਗੀ ਹੈ। ਤੇ ਇਹ ਜਿਹੜਾ ਹੈਗਾ ਸੀ ਨਾ ਸਾਰਾ ਜਿਹੜਾ ਹੈਗਾ ਸੀ ਨਾ ਜੱਥਾ ਇਹ ਲੈਂਦਾ ਦੇਂਦਾ ਲੜਦਾ ਝਗੜਦਾ ਆਖਰਕਾਰ ਡੀ ਚੌਕ ਬੰਨੇ ਰਵਾਨਾ ਹੋ ਗਿਆ। ਗੌਰਮੈਂਟ ਨੇ ਬੜੀ ਕੋਸ਼ਿਸ਼ ਕੀਤੀ ਲੇਕਿਨ ਇਹ ਡੀ ਚੌਕ ਪਹੁੰਚ ਗਏ। ਮੇਰਾ ਜਿਹੜਾ ਖਿਆਲ ਹੈਗਾ ਨਾ ਹੁਕੂਮਤ ਘੇਰ ਕਰਦੇ ਇਹਨਾਂ ਨੂੰ ਨਾ ਆਪ ਹੀ ਲੈ ਆਈਏ ਡੀ ਚੌਕ ਦੇ ਵਿੱਚ ਤਾਂ ਕਿ ਇਹਨਾਂ ਦੀ ਕਬਰ ਦੇ ਉੱਤੇ ਨਾ ਫਾਤਿਹਾ ਪੜ੍ਹ ਦਿੱਤੀ ਜਾਵੇ, ਕਿਉਂਕਿ ਇਹ ਡੀ ਚੌਕੀਏ ਨੇ ਤੇ ਡੀ ਚੌਕ ਦੀ ਪੈਦਾਵਾਰ ਹੈਗੀ ਹੈ। ਅੱਜ ਰਾਤ ਦਾ ਮੇਰੇ ਅੰਦਾਜ਼ੇ ਦੇ ਮੁਤਾਬਕ ਜਿਹੜਾ ਹੈਗਾ ਨਾ ਮੁਹਸਨ ਨਕਵੀ ਸਾਹਿਬ ਦਾ ਵੀ ਅੱਗੇ ਬਿਆਨ ਆਇਆ ਸੀ, ਅਤਾ ਤਾੜਤ ਦਾ ਵੀ ਬਿਆਨ ਆਇਆ ਸੀ। ਉਹਨੇ ਕਿਹਾ ਸਾਡੀ ਖਾਮੋਸ਼ੀ ਨੂੰ ਕਮਜ਼ੋਰੀ ਨਾ ਸਮਝੋ, ਸਾਡੀ ਖਾਮੋਸ਼ੀ ਨੂੰ ਕਮਜ਼ੋਰੀ ਨਾ ਸਮਝੋ, ਅਸੀਂ ਫਿਰ ਤੁਹਾਡੇ ਨਾਲ ਪੁੱਠੇ ਹੱਥਾਂ ਨਾਲ ਨਿਪਟਾਂਗੇ। ਤੇ ਸਾਡੇ ਜ਼ਰਾਏ ਦੱਸਦੇ ਪਏ, ਅਸੀਂ ਆਪਣੇ ਜ਼ਰਾਏ ਤੋਂ ਪਤਾ ਕੀਤਾ ਕਿ ਅੱਜ ਰਾਤ ਬਹੁਤ ਖੌਫਨਾਕ ਪਰੇਸ਼ਾਨ ਹੋਣ ਵਾਲਾ ਗਿਆ। ਕਾਰਕੁਨ ਜਿਹੜੇ ਗਏ ਨੇ ਇਹਨਾਂ ਨੇ ਡੀ ਚੌਕ ਦੇ ਵਿੱਚ ਅੱਗ ਲਾਈ ਹੈਗੀ ਹੈ, ਕਾਫੀ ਜ਼ਿਆਦਾ ਦਰਖਤਾਂ ਨੂੰ ਸਾੜ ਦਿੱਤਾ ਗਿਆ ਹੈ, ਜੀਓ ਦੇ ਦਫ਼ਤਰ ਤੇ ਵੀ ਹਮਲਾ ਕੀਤਾ ਗਿਆ। 20-30 ਜਿਹੜੇ ਮੁਲਾਜ਼ਮੀਨ ਹੈਗੇ ਨਾ ਉਹਨਾਂ ਨੂੰ ਯਰਗਮਾਲ ਇਹਨਾਂ ਨੇ ਬਣਾਇਆ ਹੋਇਆ ਹੈ। ਉੱਥੇ ਜਿਹੜਾ ਹੈਗਾ ਨਾ ਇਹਨਾਂ ਨੇ ਸਾਡੀ ਲਾਈਵ ਜਿਹੜੀ ਨਾ ਸਾਡਾ ਕਵਰੇਜ ਵਹਾਓ, ਲਾਈਵ ਜਿਹੜਾ ਸਾਡਾ ਹੈਗਾ ਨਾ ਇੱਥੇ ਜਿਹੜਾ ਅਸੀਂ ਬੰਦੋਬਸਤ ਕੀਤਾ ਹੈ, ਜਿਹੜਾ ਅਸੀਂ ਅੱਗਾਂ ਲਾਣੇ ਪਏ ਆ, ਕਾਫੀ ਜ਼ਿਆਦਾ ਜਿਹੜਾ ਹੈਗਾ ਨਾ ਇਹਨਾਂ ਨੇ ਨਾ ਜਿਹੜਾ ਸਰਕਾਰੀ ਮੁਲਾਜ਼ਮ ਨੁਕਸਾਨ ਜਿਹੜਾ ਲਾਈਵ ਦਿਖਾਓ। ਉਹਨੇ ਕੁਛ ਵਿੱਚੋਂ ਦਿਖਾਇਆ, ਕੁਛ ਨਹੀਂ ਦਿਖਾਇਆ। ਹੁਕੂਮਤ ਨੇ ਵੀ ਪੱਕੀ ਤਿਆਰੀ ਕਰ ਲਈ ਹੈਗੀ ਹੈ। ਪੀਟੀਆਈ ਨੇ ਮੇਰੇ ਅੰਦਾਜ਼ੇ ਮੁਤਾਬਕ ਨਾ ਆਪਣੀ ਸਿਆਸੀ ਕਬਰ ਖੁਦ ਹੀ ਖੋਦੀ ਹੈਗੀ ਹੈ ਡੀ ਚੌਕ ਦੇ ਵਿੱਚ। ਲੱਗਦਾ ਹੈਗਾ ਜਿਹੜੀ ਪੀਰਨੀ ਹੈਗੀ ਹੈ ਨਾ ਇਸ ਕਬਰ ਦੇ ਫਾਤਿਹਾਨੀ ਕਰਵਾ ਦੇ ਜਾਵੇ ਦੀ, ਇਹਦੇ ਤੇ ਫਾਤਿਹਾਨੀ ਪੜ੍ਹਦੇ ਜਾਵੇ ਦੀ, ਇਹਨਾਂ ਨੂੰ ਦਫਨਾ ਦੇ ਜਾਵੇ ਦੀ, ਠੀਕ ਹੈ ਨਾ। ਹੁਕੂਮਤ ਨੇ ਬੜਾ ਇਹਨਾਂ ਨੂੰ ਰਿਲੀਫ ਦੇਣ ਦਾ ਸੋਚਿਆ, ਇਹਨਾਂ ਨੂੰ ਮੁਤਬਾਦਲ ਜਗ੍ਹਾ ਵੀ ਦਿੱਤੀਆਂ ਹੈਗੀਆਂ
ਕਿ ਤੁਸੀਂ ਇੱਥੇ ਸੰਘਿਆਨੀ ਬਾਈਪਾਸ ਦੇ ਬਹਿ ਜਾਓ, ਜਿਹੜਾ ਤੁਸੀਂ ਭੌਂਕਈਆ ਕਰਨਾ ਹੈ ਤੁਸੀਂ ਇੱਥੇ ਕਰ ਲਵੋ। ਉਹਦੇ ਬਾਅਦ ਜਿਹੜਾ ਤੁਸੀਂ ਬਹਿਣਾ ਇੱਥੇ ਬਹਿ ਜਾਓ। ਨਿਕਲ ਉਹਨਾਂ ਨਾ 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 ਇਹ ਸਾਨੂੰ ਡੀ ਚੌਕ ਨਾਲ ਬੜੀ ਮੁਹੱਬਤ ਹੈਗੀ, ਇਹ ਡੀ ਚੌਕ ਦੀ ਪੈਦਾਵਾਰ ਹੀ ਹੋਈ। ਫਿਰ ਉਹ ਕਹਿੰਦਾ ਜਿੱਥੇ ਦਿਖੋਤੀ ਤੇ ਉੱਥੇ ਆਣ ਖਲੋਤੀ। ਤੇ ਇਹਨਾਂ ਨੇ ਫਿਰ ਜਿਹੜਾ ਹੈਗਾ ਸੀ ਨਾ ਕਾਫੀ ਜ਼ਿਆਦਾ ਇਹਨਾਂ ਨੇ ਹੱਲਾ ਗੁੱਲਾ ਮਚਾਇਆ। ਆਖਿਰਕਾਰ ਡੀ ਚੌਕ ਪਹੁੰਚ ਗਏ। ਉੱਥੇ ਪਹੁੰਚਣ ਤੋਂ ਬਾਅਦ ਫੌਜ ਨੇ ਜਿਹੜਾ ਹੈਗਾ ਪਾਰਲੀਮੈਂਟ ਦਾ, ਰੇਡੀਓ ਸਟੇਸ਼ਨ ਦਾ, ਉਹ ਜਿਹੜੇ ਗੈਰ ਮੁਲਕੀ ਮਾਮਲਾਤ ਹੈਗੇ ਨੇ, ਗੈਰ ਮੁਲਕੀ ਸਫਾਰਤਖਾਨਿਆਂ ਦਾ ਕੰਟਰੋਲ ਜਿਹੜਾ ਹੈਗਾ ਨਾ ਗੌਰਮੈਂਟ ਨੇ ਸੰਭਾਲਿਆ ਗਿਆ। ਤੇ ਸ਼ਰਪਸੰਦ ਜਿਹੜੇ ਅਨਾਸਰ ਹੈਗੇ ਨੇ ਉਹਨਾਂ ਨੂੰ ਸਿੱਧਾ ਗੋਲੀ ਮਾਰਨ ਦਾ ਹੁਕਮ ਦੇ ਦਿੱਤਾ ਗਿਆ। ਹਕੂਮਤ ਨੇ ਗ੍ਰਿਫਤਾਰੀਆਂ ਦਾ ਵੀ ਫੈਸਲਾ ਕਰ ਲਿਆ ਗਿਆ। ਹਕੂਮਤ ਦੇ ਬਾਰ-ਬਾਰ ਮਨਾ ਕਰਨ ਦੇ ਬਾਵਜੂਦ ਵੀ ਇਹ ਲੋਕ ਡੀ ਚੌਕ ਪਹੁੰਚ ਗਏ। ਜੇਲ੍ਹ ਦੇ ਵਿੱਚ ਇਮਰਾਨ ਖਾਨ ਸਾਹਿਬ ਨੇ ਤੇ ਬਰਿਸਟਰ ਗੌਰ ਨੇ ਤੇ ਸ਼ਿਬਲੀ ਫਰਾਜ਼ ਨੇ ਮੁਲਾਕਾਤ ਕੀਤੀ। ਉਹਨਾਂ ਨੇ ਕੋਈ ਵੀਡੀਓ ਵੀ ਬਣਾਈ। ਉਹਨਾਂ ਨੇ ਧਰਨੇ ਦੇ ਸ਼ੁਰਕਾ ਨੂੰ ਤੇ ਪੀਰਨੀ ਨੂੰ ਆਖਿਆ ਵੀ ਤੂੰ ਨਾ ਡੀ ਚੌਕ ਜਾ, ਤੈਨੂੰ ਨਹੀਂ ਪਤਾ ਹੈਗਾ। ਉਹਨੇ ਕਿਹਾ ਨਾ ਨਾ ਨਾ। ਪੀਰਨੀ ਨੇ ਇਮਰਾਨ ਖਾਨ ਦਾ ਵੀ ਹੁਕਮ ਮੰਨਣ ਦਾ ਇਨਕਾਰ ਕਰ ਦਿੱਤਾ ਗਿਆ। ਅੱਜ ਉਮੀਦ ਹੈਗੀ ਕਿ ਰਾਤ ਤੱਕ ਬੁਸ਼ਰਾ ਬੀਬੀ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ। ਮੁਜ਼ਾਹਰੀਨ ਦੇ ਵਿੱਚ ਜਿਹੜੇ ਬੰਦੇ ਧਰਨੇ ਦੇ ਵਿੱਚ ਲੀਡ ਕਰਦੇ ਪਏ ਹੈਗੇ ਨੇ, ਇਹ ਸਭ ਲੋਕ ਗ੍ਰਿਫਤਾਰ ਹੋ ਜਾਣਗੇ। ਠੀਕ ਹੈ ਨਾ। ਇਹ ਪਿਛਲੇ ਦਿਨਾਂ ਇੱਕ ਆਲਾ ਸਤਹ ਦਾ ਇਜਲਾਸ ਹੋਇਆ ਜਿਹਦੇ ਕਾਫੀ ਜ਼ਿਆਦਾ ਅਫਸਰਾਂ ਨੇ ਸ਼ਿਰਕਤ ਕੀਤੀ। ਉਹਦੇ 'ਚ ਵਜ਼ੀਰ ਆਲਾ ਪੰਜਾਬ ਨੇ ਖਸੂਸੀ ਤੌਰ ਤੇ ਮਰੀਮ ਨਵਾਜ਼ ਸਾਹਿਬਾ ਨੇ ਵੀ ਸ਼ਿਰਕਤ ਕੀਤੀ। ਉੱਥੇ ਉਹਨਾਂ ਨੂੰ ਕਿਹਾ ਗਿਆ ਕਿ ਪੀਰਨੀ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇ, ਲੇਕਿਨ ਉਹਨਾਂ ਨੇ ਆਪਦਾ ਦੱਸਿਆ ਕਿ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਔਰਤ ਨੂੰ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ, ਲਿਹਾਜ਼ਾ ਉਹਨਾਂ ਨੇ ਮਰੀਮ ਨਵਾਜ਼ ਨੂੰ ਸਾਹਿਬਾ ਨੇ ਪੀਰਨੀ ਨੂੰ ਗ੍ਰਿਫਤਾਰ ਕਰਨ ਦੇ ਉੱਤੇ ਮਨਾ ਕਰ ਦਿੱਤਾ। ਤਾਂ ਉਹਨੇ ਆਪਣੇ ਉੱਤੇ ਜਿਹੜਾ ਸਲੂਕ ਹੋਇਆ, ਜ਼ੁਲਮ ਹੋਇਆ, ਬਰਬਰੀਅਤ ਦੀ ਇੰਤਹਾ ਹੋਈ, ਉਹਨਾਂ ਨੇ ਉਹ ਯਾਦ ਕਰਵਾਇਆ। ਤੇ ਮਰੀਮ ਨਵਾਜ਼ ਨੇ ਬੁਸ਼ਰਾ ਬੀਬੀ ਨੂੰ ਜਿਹੜਾ ਨਾ ਔਰਤ ਹੁੰਦੀ ਪਈਆਂ ਤੋਂ ਰਿਲੀਫ ਦਿੱਤਾ ਗਿਆ। ਲੇਕਿਨ ਤੁਹਾਨੂੰ ਅਸੀਂ ਇੱਕ ਮਹੀਨਾ ਪਹਿਲੋਂ ਵੀ ਲੋਕ ਕੀਤਾ ਸੀ ਇਹ ਬੁਸ਼ਰਾ ਬੀਬੀ ਦੇ ਮੁਤਲਕ। ਜਦੋਂ ਬੁਸ਼ਰਾ ਬੀਬੀ ਰਿਹਾ ਹੋਈ ਹੈ, ਅਸੀਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਫਿਤਨੇ ਨੂੰ ਆਜ਼ਾਦ ਕੀਤਾ ਗਿਆ। ਇਹ ਬੁੜੀ ਜਿਹੜੀ ਹੈਗੀ ਨਾ ਤੁਹਾਨੂੰ ਜ਼ਰੂਰ ਜਿਹੜਾ ਹੈ ਨਾ ਤੁਹਾਡਾ ਹਿਸਾਬ ਦਾ ਲਾ ਦੇਗੀ। ਉਹ ਗੱਲ ਹੈ ਬਜਾਏ ਕਿ ਸਿੱਧਾ ਬਣੀ ਗੱਲ ਜਾਂਦੀ ਹੈ ਕਿਤੇ ਹੋਰ ਜਾਂਦੀ ਗਈ, ਇਹ ਸਿੱਧਾ ਪਿਸ਼ਾਵਰ ਨੂੰ ਮੁੜ ਗਈ। ਕਿਉਂਕਿ ਇਹ ਜਿਹੜਾ ਟੋਲਾ ਹੈਗਾ ਨਾ ਇਹਨਾਂ ਦੇ ਮੂੰਹ ਨੂੰ ਖੂਨ ਲੱਗਾ ਹੈਗਾ। ਠੀਕ ਹੈ ਨਾ। ਇਹ ਜਿਹੜਾ ਹੈਗਾ ਨਾ ਰਿਹਾ ਹੋਈ ਤੇ ਸਿੱਧੀ ਇਹਨਾਂ ਹਕੂਮਤ, ਮੈਂ ਤੁਹਾਨੂੰ ਦੱਸਿਆ ਵੀ ਹਕੂਮਤ ਵਾਸਤੇ ਕਾਫੀ ਮੁਸ਼ਕਲਾਤ ਖੜੀਆਂ ਕਰੇਗੀ। ਤੇ ਉਹਨੇ ਇਹ ਪੀਟੀਆਈ ਜਿੱਥੇ ਵੀ ਗਈ ਨਾ ਕਹਿੰਦਾ ਨਾ ਉਹ ਆਪਦੀ ਦਾਸਤਾਨਾ ਛੱਡਦੇ ਗਈ ਹੈ। ਪੀਟੀਆਈ ਦੇ ਜਿਹੜਾ ਰੈਂਜਰ ਰੋਡ ਦੇ ਜਿਹਦੇ ਕਾਫੀ ਝਗੜਾ ਇਹਨਾਂ ਦਾ ਆਪਸ 'ਚ ਹੋਇਆ ਹੈ। ਰੈਂਜਰ ਦਾ ਪੁਲਿਸ ਵਾਲਿਆਂ ਦਾ ਰਬੜ ਦੀ ਗੋਲੀਆਂ ਵੀ ਵਰਸਾਈਆਂ ਗਈਆਂ ਹੈਗੀਆਂ। ਕਾਫੀ ਜ਼ਿਆਦਾ ਜਿਹੜਾ ਨਾ ਆਂਸੂ ਗੈਸ ਵੀ ਇਸਤੇਮਾਲ ਕੀਤੀ ਗਈ। ਤੇ ਪੀਟੀਆਈ ਜਿਹੜੇ ਕਾਰਕੁਨ ਨਾ ਇਹ ਹੱਥਾਂ 'ਚ ਅਸਲਾ ਲਿਆਏ ਲੱਗੇ ਫਿਰਦੇ ਹੈਗੇ ਨੇ। ਕਈਆਂ ਬੰਦਿਆਂ ਕੋਲ ਰਾਈਫਲਾਂ ਵੀ ਵੇਖੀਆਂ ਗਈਆਂ ਤੇ ਕਈਆਂ ਬੰਦਿਆਂ ਕੋਲ ਪਿਸਟਲ ਵੀ ਵੇਖੇ ਗਏ ਹੈਗੇ ਨੇ। ਠੀਕ ਹੈ ਨਾ। ਪਿਸਟਲ ਵਗੈਰਾ ਵੀ ਜਿਹੜੇ ਇਹਨਾਂ ਨੇ ਵੇਖੇ ਗਏ ਨੇ ਤੇ ਇਹਨਾਂ ਨੇ ਪਿਸਟਲਾਂ ਦੇ ਨਾਲ ਰੈਂਜਰ ਤੇ ਪੁਲਿਸ ਦੇ ਹਮਲਾ ਕੀਤਾ ਗਿਆ ਹੈ। 6 ਜਿਹੜੇ ਅਹਿਲਾਕਾਰ ਹੈਗੇ ਨੇ ਜਿਹੜੇ ਹੈਗੇ ਨੇ ਆਪਣਾ ਅੱਲਾ ਤੁਹਾਡਾ ਭਲਾ ਕਰੇ ਰੈਂਜਰ ਦੇ, ਉਹ ਸ਼ਹੀਦ ਹੋ ਗਏ ਨੇ। ਕਾਫੀ ਜ਼ਿਆਦਾ ਜ਼ਖਮੀ ਵੀ ਹੋ ਗਏ ਨੇ ਤੇ ਤਕਰੀਬਨ ਹੁਣ ਤੱਕ 10 ਬੰਦਿਆਂ ਦੇ ਸ਼ਹੀਦ ਹੋਣ ਦੀ ਜਿਹੜੀ ਨਾ ਇਤਲਾਹ ਆ ਰਹੀਆਂ ਨੇ। ਜਿਹੜੇ ਮੁਤੱਦਦ ਅਫਰਾਦ ਜ਼ਖਮੀ ਨੇ, ਹਾਲਾਤ ਖਰਾਬ ਹੋਣ ਦੇ ਪੇਸ਼ ਨਜ਼ਰ ਫੌਜ ਨੂੰ ਤਲਬ ਕਰ ਲਿੱਤਾ ਗਿਆ। ਫੌਜ ਨੇ ਇਸਲਾਮਾਬਾਦ ਦੇ 7 ਜਗ੍ਹਾ ਕੰਟਰੋਲ ਸੰਭਾਲਿਆ ਗਿਆ। ਆਰਟੀਕਲ 245 ਦੇ ਤਹਿਤ ਫੌਜ ਨੂੰ ਪਾਬੰਦ ਕਰ ਦਿੱਤਾ ਹੈ। ਗੜਬੜ ਕਰਨ ਵਾਲੇ ਜਿਹੜੇ ਬੰਦੇ ਨੇ ਇਹਨਾਂ ਨਾਲ ਸਖਤੀ ਨਾਲ ਨਿਪਟਿਆ ਜਾਵੇ। ਅਗਰ ਤੁਹਾਨੂੰ ਦੱਸਿਆ ਗਿਆ ਫੌਜ ਨੇ ਗੋਲੀ ਦਾ ਵੀ ਆਰਡਰ ਦੇ ਦਿੱਤਾ ਹੈ। ਆਰਮੀ ਨੇ ਸੂਰਤ ਹਾਲ ਸੰਭਾਲਣ ਵਾਸਤੇ ਉਹਨਾਂ ਕੋਲ ਜਿਹੜਾ ਹੈਗਾ ਨਾ ਕਰਫਿਊ ਦੇ ਵੀ ਆਰਡਰ ਹੈਗੇ ਨੇ ਵੀ ਉਹ ਕਰਫਿਊ ਵੀ ਲਾ ਸਕਦੇ ਹੈਗੇ ਨੇ। ਠੀਕ ਹੈ ਨਾ। ਇਹ ਕੌਮੇ ਯੂਥ ਜਿਹੜੇ ਸਾਥੀ ਹੈਗੇ ਨੇ ਨਾ, ਤੁਸੀਂ ਤੁਹਾਡੇ ਗੁਜ਼ਾਰਿਸ਼ ਹੈ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਗਿਆ। ਇਹ ਬੜਾ ਬਦਬਖਤਾਂ ਦਾ ਟੋਲਾ ਗਿਆ, ਬੜਾ ਬਦਬਖਤਾਂ ਟੋਲਾ ਗਿਆ। ਇਹ ਸਾਬਰ ਸ਼ਾਕਰ ਹੋਇਆ, ਇਮਰਾਨ ਰਿਆਹਾ ਹੋਇਆ, ਮਤੀਉੱਲਾ ਜਾਨ ਹੋਇਆ। ਇਹ ਨਵਾਂ ਯੂਥੀਆ ਬਣਿਆ ਮਤੀਉੱਲਾ ਜਾਨ। ਇਹ ਕਹਿੰਦਾ ਪਿਆ ਕਿ ਆਵਾਮ ਦਾ ਰਸ਼ ਦੇਖਦੇ ਨਾ ਤੇ ਰੈਂਜਰ ਦੇ ਬੰਦੇ ਭੱਜ ਉੱਠੇ ਤੇ ਲੋਕਾਂ ਨੇ ਦੌੜ ਲਾ ਦਿੱਤੀ ਉਹਨਾਂ ਦੇ ਪਿੱਛੇ। ਜਿਨ੍ਹਾਂ ਵੀਆਂ ਦੇ ਜਿਹੜਾ ਹੈਗਾ ਨਾ ਰੈਂਜਰ ਦੇ ਜਿਹੜੇ ਅਹਿਲਾਕਾਰ ਹੈਗੇ ਸਨ ਉਹ ਗੱਡੀਆਂ ਥੱਲੇ ਆ ਗਏ। ਜਿਹਦੀ ਵਜ੍ਹਾ ਦੇ ਨਾਲ ਇਹ ਲੋਕ ਸ਼ਹੀਦ ਹੋ ਗਏ। ਇਹ ਸਾਰੀ ਗੱਲਬਾਤ ਗਲਤ ਹੈਗੀ ਹੈ। ਕੋਈ ਵੀ ਇਹਨਾਂ ਦੀ ਗੱਲਾਂ ਤੇ ਯਕੀਨ ਨਾ ਕਰੇ। ਜੋ ਹੋਵੇਗਾ ਸਾਰਾ ਕੁਝ ਤੁਹਾਨੂੰ ਅਸੀਂ ਦੱਸਾਂਗੇ ਜਦੋਂ ਅਸੀਂ ਵੀਡੀਓ ਰਿਕਾਰਡ ਕਰਦੇ ਪਿਆ। ਉਮੀਦ ਹੈ ਮੈਨੂੰ ਅੱਲਾ ਦੇ ਘਰ ਯਕੀਨ ਹੈ ਕਿ ਜਿਹੜਾ ਹੈਗਾ ਨਾ ਇਹ ਡੀ ਚੌਕ 'ਚ ਆਪਰੇਸ਼ਨ ਸ਼ੁਰੂ ਹੋ ਚੁੱਕਿਆ ਹੋਵੇਗਾ। ਇਹ ਜਿਹੜਾ ਸਾਰਾ ਮਾਮਲਾ ਹੈਗਾ ਨਾ ਡਰਾਮਾ, ਇਹ ਜਿਸ ਤਰ੍ਹਾਂ 9 ਮਈ ਦਾ ਡਰਾਮਾ ਇਹਨਾਂ ਨੇ ਰਚਾਇਆ ਸੀ ਉਹ ਸਾਰਾ ਇਹਨਾਂ ਲੋਕਾਂ ਨੇ ਇਹਨੇ ਤੋੜ ਫੋੜ ਕੀਤੀ ਸੀ।
ਉਹਦੇ ਬਾਅਦ ਜਿਹੜਾ ਪੀਟੀਆਈ ਦਾ ਜਿਹੜਾ ਮਲਬਾ ਸੀ ਨਾ 9 ਮਈ ਦਾ, ਫਿਰ ਇਹਨਾਂ ਨੇ ਫੌਜ ਦੇ ਪਾ ਦਿੱਤਾ ਹੈਗਾ ਸੀ ਕਿ ਲਓ ਜੀ ਫੌਜ ਨੇ ਇੰਝ ਕੀਤਾ, ਫੌਜ ਨੇ ਇੰਝ ਕੀਤਾ, ਫੌਜ ਨੇ ਕੁਝ ਵੀ ਨਹੀਂ ਸੀ ਕੀਤਾ ਗਿਆ। ਇਹ ਸਾਰਾ ਕੁਝ ਇਹਨਾਂ ਬਦਬਖਤਾਂ ਨੇ ਕੀਤਾ ਸੀ, ਠੀਕ ਹੈ ਨਾ। ਹੁਣ ਤਲਾਤ ਇਹ ਆ ਰਹੀਆਂ ਹੈਗੀਆਂ ਨੇ ਤੇ ਕਿ ਜਿਹੜਾ ਹੈਗਾ ਨਾ ਬੁਸ਼ਰਾ ਨੂੰ ਜਿਹੜਾ ਪੈਗਾਮ ਮਿਲਿਆ ਸੀ ਪੀਰਨੀ ਦਾ, ਪੀਰਨੀ ਨੂੰ ਪੈਗਾਮ ਦਿੱਤਾ ਗਿਆ ਸੀ, ਉਹਨੇ ਵੀ ਉਹਨਾਂ ਦਾ ਮੰਨਣ ਦਾ ਇਨਕਾਰ ਕਰ ਦਿੱਤਾ ਗਿਆ। ਹੁਣ ਪੀਟੀਆਈ ਜਿਹੜੀ ਨਾ ਤਬਾਹੀ ਦੇ ਦਾਣੇ ਪਹੁੰਚ ਗਈ। ਗੰਡਾਪੁਰ ਤੇ ਅਲੀਮਾ ਖਾਂ, ਦੇਖੋ ਨਾ, ਦੋ ਬੰਦੇ ਗੰਡਾਪੁਰ ਤੇ ਅਲੀਮਾ ਖਾਂ ਮੰਜ਼ਰਨਾਮੇ ਤੋਂ ਗਾਇਬ ਹੈਗੇ ਨੇ। ਨਾ ਉਹ ਧਰਨੇ ਦੇ ਵਿੱਚ ਹੈਗੇ ਨੇ, ਨਾ ਉਹ ਮੁਜ਼ਾਕਰਾਤ ਦੇ ਵਿੱਚ ਹੈਗੇ ਨੇ। ਮੁਜ਼ਾਕਰਾਤ ਦੇ ਵਿੱਚ ਨਾਲੇ ਰੋਹ ਪੋਸ਼ ਹੈਗੇ ਨੇ, ਮੁਕੰਮਲ ਉਹਨਾਂ ਨੇ ਖਾਮੋਸ਼ੀ ਇਖਤਿਆਰ ਕੀਤੀ ਹੋਈ ਹੈ। ਤੇ ਪੀਰਨੀ ਨਾਲ ਇhtਜਾਜ ਬਸ ਇਕੱਲੀ ਨਿਕਲੀ ਹੈ ਤੇ ਗੰਡਾਪੁਰ ਨੇ ਮਨਾ ਵੀ ਕੀਤਾ, ਬੀਬੀ ਤੈਨੂੰ ਨਹੀਂ ਪਤਾ ਹੈਗਾ ਇਹ ਜਿਹੜਾ ਹੈਗਾ ਨਾ ਕੀ ਮਾਮਲਾਤ ਹੁੰਦੇ ਨੇ, ਕਿਸ ਤਰ੍ਹਾਂ ਹੁੰਦੇ ਨੇ। ਨਾ ਉਹਨੇ ਨਾ 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 ਮੇਰੇ ਕੋਲ ਜਿੰਨ ਹੈਗੇ ਨੇ ਤੇ ਮੇਰੇ ਜਿੰਨ ਬੜੇ ਪੁੱਠੇ ਸਿੱਧੇ ਚੱਲਦੇ ਹੈਗੇ ਨੇ, ਮੈਂ ਤਾਂ ਤੁਹਾਨੂੰ ਤਬਾਹ ਕਰ ਦਿਆਂਗੀ, ਮੈਂ ਤੁਹਾਨੂੰ ਜੇ ਕਰ ਦਿਆਂ। ਫਿਰ ਨਹੀਂ, ਜਿੰਨਾਂ ਦੇ ਸਾਰੇ ਜਿਹੜਾ ਹੈਗਾ ਸੀ ਉਹ ਨਿਕਲ ਗਈ। ਉਹਨੇ ਜਲਾਸ ਦੀ ਜਿਹੜੀ ਨਾ ਜਲੂਸ ਦੀ ਕਿਆਦਤ ਕੀਤੀ ਤੇ ਜਿਹੜਾ ਹੈਗਾ ਸੀ ਨਾ ਗੰਡਾਪੁਰ ਨੂੰ ਸਾਈਡ ਲਾਈਨ ਕਰਦਾ, ਤੂੰ ਸਾਈਡ ਤੇ ਹੋਈ ਆ। ਬਲਿਸਟਰ ਜਿਹੜਾ ਗੌਰ ਹੈਗਾ ਸੀ ਉਹ ਵੀ ਕੋਈ ਫੈਸਲਾ ਨਹੀਂ ਕਰ ਸਕਿਆ ਹੈਗਾ। ਇਮਰਾਨ ਖਾਨ ਨੂੰ ਮਿਲੇ ਨਹੀਂ ਹੋਏ, ਪਰ ਉਹਨਾਂ ਨੇ ਕਿਸੇ ਨੇ ਵੀ ਗੱਲਬਾਤ ਨਹੀਂ, ਕੋਈ ਵੀ ਜਿਹੜਾ ਪੀਟੀਆਈ ਦੀ ਮੌਜੂਦਾ ਜਿਹੜੀ ਕਿਆਦਤ ਹੈਗੀ ਨਾ, ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈਗਾ। ਜਿਹੜੀ ਸਾਬਕਾ ਕਿਆਦਤ ਹੈਗੀ ਨਾ, ਉਹ ਸਾਰੇ ਸਿਆਸੀ ਮਾਮਲਿਆਂ ਨੂੰ ਸਮਝਦੇ ਨੇ। ਕੋਈ ਬੰਦਾ ਵੀ ਜਿਹੜਾ ਹੈਗਾ ਨਾ, ਜਿਹੜਾ ਹੁਣ ਹਕੂਮਤ ਨੇ ਐਲਾਨ ਕੀਤਾ ਹੈ ਕਿ ਅਸੀਂ ਇਹਨਾਂ ਨਾਲ ਮੁਜ਼ਾਕਰਾਤ ਨਹੀਂ ਕਰਨੇ। ਮੋਹਸਿਨ ਨਕਵੀ ਸਾਹਿਬ ਦਾ ਮੈਂ ਬਿਆਨ ਸੁਣਨਾ ਪਿਆ ਸਾਂ, ਉਹਨਾਂ ਨੇ ਕੀਤਾ ਹੈ ਅਸੀਂ ਇਹਨਾਂ ਨਾਲ ਹੁਣ ਮੁਜ਼ਾਕਰਾਤ ਨਹੀਂ ਕਰਨੇ ਹੈਗੇ। ਅਸਲ ਤੁਹਾਨੂੰ ਦੱਸਨੇ ਕਿ ਜਿਹੜਾ ਹੈਗਾ ਨਾ, ਇਹਨਾਂ ਨੂੰ ਬੈਰੂਨੀ ਜਿਹੜੀਆਂ ਤਾਕਤਾਂ ਹੈਗੀਆਂ ਨੇ ਨਾ, ਭਾਰਤ, ਇਸਰਾਈਲ ਤੇ ਜਿਹੜਾ ਹੈਗਾ ਨਾ ਅਮਰੀਕਾ, ਇਹ ਇਹਨਾਂ ਨੂੰ ਕੰਟਰੋਲ ਕਰਦੇ ਪਏ ਨੇ। ਜਿੰਨਾ ਵੀ ਇਹਨਾਂ ਦਾ ਸੋਸ਼ਲ ਮੀਡੀਆ ਵਿੰਗ ਹੈਗਾ ਨਾ, ਸਾਰਿਆਂ ਨੂੰ ਕਿੰਨੇ ਕਰੋੜ ਡਾਲਰ ਮਹੀਨੇ ਦੇ ਮਿਲਦੇ ਪਏ ਹੈਗੇ ਨੇ। ਕਈ ਬੰਦੇ ਐਸੇ ਹੈਗੇ ਨੇ ਜਿਹੜੇ ਇਹਨਾਂ ਨੇ ਸੋਸ਼ਲ ਮੀਡੀਆ 'ਚ ਭਰਤੀ ਕੀਤੇ ਗਏ, ਜਿਹੜਾ ਤੁਹਾਨੂੰ ਅਸੀਂ ਬਿਆਨੀਆਂ ਦਿਆਂਗੇ, ਤੁਸੀਂ ਉਹ ਬਿਆਨੀਆਂ ਨੂੰ ਅੱਗੇ ਪਹੁੰਚਾਉਣਾ ਹੈਗਾ ਤੇ ਸਾਰੇ ਤੁਸੀਂ ਮਾਮਲਾਤ ਨੂੰ ਕਵਰ ਕਰਨਾ ਹੈਗਾ। ਇਹਨਾਂ ਨੂੰ ਪੈਸੇ ਦੇ ਰਹੇ ਨੇ। ਤੁਸੀਂ ਦੇਖੋ ਨਾ, ਪਾਕਿਸਤਾਨ ਦੇ ਵਿੱਚ 60 ਰੁਕਨੀ ਵਫਦ ਆਇਆ ਬੇਲਾਰੂਸ ਦਾ 60 ਰੁਕਨੀ ਵਫਦ ਆਇਆ ਹੈਗਾ। ਜਦੋਂ ਵੀ ਪਾਕਿਸਤਾਨ 'ਚ ਕੋਈ ਗੱਲਬਾਤ ਹੁੰਦੀ, ਕਾਰੋਬਾਰੀ ਮਾਮਲਾਤ ਹੁੰਦੇ ਨੇ, ਇਹ ਸਾਰਾ ਪੀਟੀਆਈ ਮਸਲਾ ਖੜਾ ਕਰ ਦਿੰਦੀ ਹੈ ਤੇ ਤੁਹਾਨੂੰ ਦੱਸੀ ਕਿ ਪੂਰਾ ਮੁਲਕ ਜਾਮ ਹੋਇਆ ਹੈਗਾ। ਸਾਰੇ ਦਾਖਲੀ ਤੇ ਖਾਰਜੀ ਰਾਸਤੇ ਬੰਦ ਹੈਗੇ ਨੇ। ਪਿੰਡੀ ਦੇ ਵਿੱਚ ਤੇ ਇਧਰ ਮਰਦਾਨ ਵਾਲੀ ਸਾਈਡ ਦੇ ਤੇ ਇਧਰੋਂ ਲਾਹੌਰ, ਸਾਰਾ ਇਹ ਉਹ ਫੈਸਲਾਬਾਦ ਅੰਦਰੂਨ ਖੁੱਲ੍ਹਾ ਹੈਗਾ। ਬਾਕੀ ਜਿਹੜਾ ਬਰੂਨੀ ਰਸਤੇ ਹੈਗੇ ਨੇ ਉਹ ਸਾਰੇ ਬੰਦ ਕਰ ਦਿੱਤੇ ਗਏ ਨੇ। ਸਾਰੇ ਮਾਮਲਾਤ ਦੇ ਵਿੱਚ ਜਿਹੜਾ ਹੈਗਾ ਨਾ, ਮੁਲਕ ਨੂੰ ਮਫਲੂਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਹਰਕਤਾਂ ਦੀ ਵਜ੍ਹਾ ਨਾ ਮੁਲਕ ਅੱਗੇ ਵਧੇਗਾ ਤੇ ਨਾ ਇਹਨਾਂ ਨੇ ਕਿਸੇ ਨੂੰ ਕੰਮ ਕਰ ਦੇਣਾ। ਇੱਕ ਤਾਂ ਸੁਬਾਹ ਵੀ ਅਸੀਂ ਵੀਲੌਗ ਕੀਤਾ ਸੀ, ਚੀਨ ਦਾ ਜੋ ਸਦਰ ਆਇਆ ਹੋਰ ਮਾਮਲਾਤ ਹੋਏ। ਦੇਖੋ, ਇਹ ਕਹਿੰਦੇ ਨੇ ਜੀ ਨਵਾਜ਼ ਸ਼ਰੀਫ ਚੋਰ ਹੈਗਾ, ਚਲੋ ਅਸੀਂ ਮੰਨ ਲੈਂਦੇ ਹਾਂ, ਫਰਜ਼ ਕਰ ਲੈਂਦੇ, ਠੀਕ ਹੈ, ਨਵਾਜ਼ ਸ਼ਰੀਫ ਚੋਰ ਹੈ ਜੀ। ਜ਼ਰਦਾਰੀ ਸਾਹਿਬ ਉਹ ਵੀ ਕਹਿੰਦਾ ਚੋਰ ਹੈ ਜੀ, ਫਲਾਂ ਬੰਦਾ ਵੀ ਚੋਰ ਹੈ ਜੀ। ਚਲੋ, ਇਹ ਬੰਦੇ ਨੇ 3.5 ਸਾਲ ਹੁਕੂਮਤ ਕੀਤੀ, ਇਹਨੇ ਕੀ ਕੀਤਾ ਗਿਆ? ਇਹਨੇ ਕੋ ਆਪਣੀ ਕਾਰਗਰਦਗੀ ਵਿਖਾਈ ਹੈ। ਚਲੋ, ਉਹ ਚੋਰ ਸਨ, ਗਲਤ ਸਨ। ਉਦੋਂ ਵੀ ਇਮਰਾਨ ਖਾਨ ਸਾਹਿਬ ਨੂੰ ਅਸੀਂ ਇੱਕ ਗੱਲ ਆਖੀ ਸੀ, ਇਮਰਾਨ ਖਾਨ ਸਾਹਿਬ, ਤੁਸੀਂ ਕਿਸੇ ਨੂੰ ਚੋਰ ਨਾ ਕਹੋ, ਕਿਸੇ ਨੂੰ ਗਲਤ ਨਾ ਕਹੋ, ਕਿਸੇ ਨੂੰ ਗੰਦਾ ਨਾ ਕਹੋ। ਇਹ ਤੁਸੀਂ ਕੰਮ ਸਹੀ ਕਰੋ, ਤੁਸੀਂ ਮਾਮਲਾ ਠੀਕ ਕਰੋ, ਇਹ ਆਪਣੇ ਆਪ ਚੋਰ ਸਾਬਤ ਹੋ ਜਾਣਗੇ। ਕਿਸੇ ਨੂੰ ਚੋਰ ਕਹਿਣ ਦੀ ਜ਼ਰੂਰਤ ਨਹੀਂ ਹੈਗੀ, ਲੇਕਿਨ ਉਹ ਚੋਰ ਸਾਬਤ ਹੋਏ ਜਾਂ ਨਾ ਹੋਏ, ਇਹ ਤੂੰ ਖੁਦ ਖੜੀ ਚੋਰ ਸਾਬਤ ਹੋ ਗਿਆ। ਤੇ ਤੇਰੇ ਜਿਹੜਾ ਹੈਗਾ ਸੀ ਨਾ, ਕੱਲ ਸੀ ਉਹ ਵੀ ਇੱਕ ਬੰਦਾ ਹੈਗਾ ਸੀ, ਬਿਆਨ ਸੁਣਨੇ ਪਏ ਸੀ ਇੱਕ ਬੰਦੇ ਦਾ, ਮੇਰੇ ਨਾਲ ਕਹਿੰਦਾ ਪਿਆ ਸੀ ਕਿ ਕੋਈ ਵੀ ਪੀਟੀਆਈ ਦਾ ਬੰਦਾ ਹਲਫਨ ਕਹਿ ਦੇਵੇ ਕਿ ਉਸਮਾਨ ਬੁਜ਼ਦਾਰ ਦੀ ਵਜ੍ਹਾ ਤੋਂ ਪੈਰਾਗੋਗੀ ਨੇ ਤੇ ਪੀਰਨੀ ਨੇ ਪੈਸੇ ਨਹੀਂ ਲਏ ਗਏ। ਸਰ, ਇਹਨਾਂ ਨੇ ਕਰਪਸ਼ਨ ਦੀਆਂ ਮਿਸਾਲਾਂ ਕਾਇਮ ਕੀਤੀਆਂ ਨੇ। ਇਹਨਾਂ ਨੇ ਕਰਪਸ਼ਨ ਦੀਆਂ ਮਿਸਾਲਾਂ ਕਾਇਮ ਕੀਤੀਆਂ ਨੇ। ਜਿਹੜੇ ਬੰਦਿਆਂ ਨੇ ਘੜੀ ਨਹੀਂ ਛੱਡੀ, ਤੁਸੀਂ ਹਿਸਾਬ ਲਾ 190 ਮਿਲੀਅਨ ਪਾਉਂਡ ਇਹਨਾਂ ਨੇ ਬਿੱਲੇ ਲਾਇਆ ਗਿਆ। ਦੋ ਜੋੜਿਆਂ ਨੇ, ਦੋ ਬਦਕਾਰ ਜਿਹੜੇ ਜੋੜੇ ਹੈਗੇ ਨੇ ਨਾ, ਇਹ ਇਮਰਾਨ ਖਾਨ ਦੇ ਪੀਰਨੀ, ਇਹਨਾਂ ਨੇ 190 ਮਿਲੀਅਨ ਪਾਉਂਡ ਜਿਹੜਾ ਹੈਗਾ ਨਾ ਬਿੱਲੇ ਲਾਇਆ ਹੈਗਾ। ਤੁਸੀਂ ਹਿਸਾਬ ਲਾ ਲਓ ਕਿ 500 ਅਰਬ ਰੁਪਈਆ ਬਣਦਾ ਹੈਗਾ ਤੇ ਇੱਕ ਝੁੱਗੇ ਦੀ ਯੂਨੀਵਰਸਿਟੀ ਬਣਾਈ ਹੈ। ਜਦੋਂ ਅਸੀਂ ਜਾਈਏ ਨਾ ਜੇਹਲਮ ਵਾਲੀ ਸਾਈਡ ਦੇ ਰਸਤੇ 'ਚ ਇੱਕ ਸਾਈਡ ਦੇ ਜੰਗਲ ਦੇ ਵਿੱਚ, ਪਤਾ ਨਹੀਂ ਉੱਥੇ 5 ਸਟੂਡੈਂਟ ਪੜ੍ਹਦੇ ਨੇ, 10 ਪੜ੍ਹਦੇ ਨੇ। ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਕਦੇ ਹੁੰਦਾ ਵਿਜ਼ਿਟ ਕਰਾਵਾਂਗੇ ਤੁਹਾਨੂੰ, ਲਾਈਵ ਤੁਹਾਨੂੰ ਸਾਰਾ ਕੁਝ ਵਿਖਾਵਾਂਗੇ। ਉੱਥੇ ਕਿਹੜੀ ਇਹ ਰੂਹਾਨੀ ਤਾਲੀਮ ਦੇ ਰਹੇ, ਕੋਈ ਰੂਹਾਨੀ ਤਾਲੀਮ ਨਹੀਂ ਦੇ ਰਹੇ। ਇਹ ਸਭ ਇਹ ਜਿਹੜਾ ਟੋਲਾ ਹੈਗਾ ਨਾ, ਅੱਲਾ ਇਹਨਾਂ ਨੂੰ ਹਦਾਇਤ ਦੇਵੇ। ਇਹ ਜਿਹੜਾ ਹੈਗਾ ਨਾ ਸਾਡੇ ਮੁਲਕ ਦੇ ਉੱਤੇ, ਸਾਡੇ ਤੇ ਮੁਸੱਲਤ ਹੋ ਚੁੱਕਿਆ ਹੈਗਾ।
ਅੱਲਾਹ ਪਾਕ ਸਾਡੀ ਇਹਨਾਂ ਦੀ ਹਿਫਾਜ਼ਤ ਫਰਮਾਏ। ਅੱਗੇ ਕਹਿੰਦੇ ਸੀ ਨਾ ਰਿਸ਼ਤਾ ਕਰਦੇ ਸਨ ਤੋਂ ਕਰਾਚੀ ਦੇ ਵਿੱਚ ਕਹਿੰਦੇ ਮੁੰਡਾ ਐਮਕੇਐਮ ਦੇ ਵਿੱਚ ਤਾਂ ਨਹੀਂ ਗਿਆ, ਹੁਣ ਰਿਸ਼ਤਾ ਕਰਦੇ ਨੇ ਨਾ ਕੁੜੀ ਦੇ ਜਾਏ ਪੁੱਛਦੇ ਨੇ ਕੁੜੀ ਕਿਤੇ ਪੀਟੀਆਈ ਦੇ ਵਿੱਚ ਨਹੀਂ ਹੈਗੀ। ਅੱਲਾਹ ਪਾਕ ਸਾਨੂੰ ਸਾਰਿਆਂ ਨੂੰ ਮਹਿਫੂਜ਼ ਕਰਨ। ਬਹੁਤ ਬਹੁਤ ਸ਼ੁਕਰੀਆ। ਅਸਲਾਮ ਅਲੈਕੁਮ ਵਰਹਿਮਤੁல்லாਹਿ।